थैंक यू गौरव जी, मेरी आवाज आ रही है? हाँ जी, ਤੁਹਾਡੀ ਆਵਾਜ਼ ਆ ਰਹੀ ਹੈ। ਵੰਡਰਫੁਲ। ਅੱਛਾ, ਪਹਿਲੀ ਗੱਲ ਤੇ ਮੈਂ ਅਰਸ਼ਪ੍ਰੀਤ ਖੜਿਆਲ ਜੀ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ। ਉਹ ਪਾਸੀ ਸਾਹਿਬ ਨੇ ਉਹਨਾਂ ਨੂੰ ਭੇਜ ਦਿੱਤਾ ਹੈ ਸਾਡੇ ਬੀਜੇਪੀ ਦੇ ਵਿੱਚ ਹੁਣੇ ਹੀ, ਕਿ ਉਹ ਤੇ ਸਾਡੇ ਘੁੱਟਣੇ ਘਟਨੇ ਟੇਕ ਕੇ ਸਾਡੇ ਨਾਲ ਹੀ ਹੋ ਗਏ ਨੇ। ਸੋ ਵੈਲਕਮ ਅਰਸ਼ਪ੍ਰੀਤ ਟੂ ਦ ਬੀਜੇਪੀ। ਉਹ ਥੋੜੀ ਦੇਰ ਦੇ ਬਾਅਦ ਤੁਸੀਂ ਮੈਨੂੰ ਇਹਨੂੰ ਕੀ ਕਹਿੰਦੇ ਨੇ, ਆਪਣੀ ਆਪ ਨੂੰ ਮੇਰੇ ਕੋਲ ਭੇਜ ਦੋਗੇ ਕਿ ਆਪ ਤੁਹਾਡੇ ਨਾਲ ਚੱਲਦੀ ਹੈ। ਸੋ ਇਹ ਸਿਲਸਿਲਾ ਤੇ ਡਿਸਾਈਡ ਨਹੀਂ ਹੁੰਦਾ ਕਿ ਸਾਡੇ ਨਾਲ ਕਿਹੜਾ ਕਿਹੜਾ ਹੈਗਾ। ਹੁਣ ਬੇਸਿਕਲੀ ਮੈਂ ਇਹ ਜਿਹੜੀ ਗੱਲਬਾਤ ਹੋਈ ਹੈ, ਕਾਫੀ ਜੋਸ਼ ਦਾ ਇੱਕ ਲੈਕਚਰ ਦਿੱਤਾ ਹੈ ਪਾਸੀ ਸਾਹਿਬ ਨੇ। ਪਹਿਲੀ ਗੱਲ ਤੇ ਇਹਨਾਂ ਨੂੰ ਮੈਂ ਦੱਸ ਦੇਵਾਂ ਕਿ ਗਵਰਨਰ, ਕਿਸੇ ਵੀ ਗਵਰਨਰ ਦੇ ਵਾਸਤੇ ਇਹ ਲਫ਼ਜ਼ ਯੂਜ਼ ਕਰਨਾ ਕਿ ਅਸੀਂ ਗਵਰਨਰ ਨੂੰ ਟੋਕਿਆ, ਇਹ ਕੋਈ ਚੰਗਾ ਲਫ਼ਜ਼ ਨਹੀਂ ਹੁੰਦਾ ਯੂਜ਼ ਕਰਨ ਵਾਸਤੇ। ਤੇ ਜਦੋਂ ਆਮ ਆਦਮੀ ਪਾਰਟੀ ਇਸ ਤਰੀਕੇ ਦੇ ਲਫ਼ਜ਼ ਯੂਜ਼ ਕਰਦੀ ਹੈ, ਪ੍ਰੋਬਲਮ ਉਦੋਂ ਹੀ ਹੁੰਦੇ ਨੇ। ਦੂਸਰੀ ਗੱਲ, ਇਹ ਜਿਹੜਾ 8 ਵਜੇ ਦਾ ਪ੍ਰਾਈਮ ਟਾਈਮ ਹੈ, ਇਹ ਟਾਈਮ ਐਸਾ ਹੁੰਦਾ ਹੈ ਜਦੋਂ ਕਿ ਸਟੇਟ ਦੇ ਬੜੇ ਅਹਿਮ ਮੁੱਦੇ ਜਿਹੜੇ ਨੇ ਉਹ ਡਿਸਕਸ ਹੁੰਦੇ ਨੇ ਸਾਰੇ ਚੈਨਲਸ ਦੇ ਵਿੱਚ। ਚੰਗੇ ਚੰਗੇ ਬੁਲਾਰੇ ਇੱਥੇ ਬੈਠੇ ਹੁੰਦੇ ਨੇ। ਅਸੀਂ ਕੀ ਡਿਸਕਸ ਕਰ ਰਹੇ ਹਾਂ? ਤੁਸੀਂ ਜੋ ਕਿਹਾ ਤੂੰ ਮੈਂ ਐਵਰੀ ਡੇ ਦੇਰ ਇਜ਼ ਨੈਗੇਟਿਵਿਟੀ। ਜਾਂ ਤੇ ਇਹਨਾਂ ਦੀ ਨੈਗੇਟਿਵਿਟੀ ਹੁੰਦੀ ਹੈ ਗਵਰਨਰ ਦੇ ਨਾਲ, ਕੁਛ ਨਾ ਕੁਛ ਉਹ ਕਹਿ ਦਿੰਦੇ ਨੇ ਆਪਣੇ ਭਗਵੰਤ ਮਾਨ ਜੀ। ਮੈਂ ਹੁਣ ਦੇਖ ਰਿਹਾ ਸੀਗਾ, ਉਹ 40 ਇਅਰਸ ਪਲੱਸ ਹੋ ਗਏ ਨੇ, 43 ਇਅਰਸ, ਪਰ ਬਚਪਨਾ ਨਹੀਂ ਉਹਨਾਂ ਦਾ ਜਾ ਰਿਹਾ। ਉਹ ਕਾਮੇਡੀ ਸਰਕਸ ਨਹੀਂ ਉਹ ਛੱਡਣ ਦੀ ਕੋਸ਼ਿਸ਼ ਕਰ ਰਹੇ ਕਿ ਮੈਨੂੰ ਕਿਸੇ ਨੇ ਇਹ ਕਿਹਾ। ਕਾਮੇਡੀਅਨਸ ਨੂੰ ਹੁੰਦਾ ਨਾ ਕਿ ਮੈਨੂੰ ਕਿਸੇ ਨੇ ਕੁਝ ਕਹਿ ਦਿੱਤਾ, ਮੈਨੂੰ ਜਵਾਬ ਦੇਣਾ ਬੜਾ ਜ਼ਰੂਰੀ ਹੈ। ਉਹ ਗੱਲ ਉਹ ਛੱਡਣ ਦੀ ਕੋਸ਼ਿਸ਼ ਨਹੀਂ ਕਰ ਰਹੇ ਨੇ। ਤੇ ਹਰ ਰੋਜ਼ ਇੱਥੇ ਨੈਗੇਟਿਵਿਟੀ ਹੁੰਦੀ ਹੈ। ਕਦੀ ਕਿਸੇ ਨੂੰ ਫੜ ਕੇ ਅੰਦਰ ਕਰ ਦਿੰਦੇ ਨੇ, ਫਿਰ ਕਹਿੰਦੇ ਨੇ ਕਿ ਅਸੀਂ ਸਾਰਾ ਕੁਝ ਸਾਫ਼ ਕਰ ਦੇਣਾ। ਕਦੀ ਗਵਰਨਰ ਦੇ ਨਾਲ ਲੜ ਪੈਂਦੇ ਨੇ, ਕਦੀ ਤੀਸਰੇ ਨਾਲ ਲੜ ਪੈਂਦੇ ਨੇ। ਇਹ ਗਵਰਨਰ ਦੇ ਨਾਲ ਤੇ ਲੈਫਟੀਨੈਂਟ ਗਵਰਨਰ ਦੇ ਨਾਲ ਲੜਨ ਦੀ ਜਿਹੜੀ ਹੈ ਨਾ, ਇਹ ਤੇ ਪਾਲਿਸੀ ਹੈ ਆਮ ਆਦਮੀ ਪਾਰਟੀ ਦੀ। ਇਹ ਇਹਨਾਂ ਦਾ ਇੱਕ ਸਿਸਟਮ ਹੈ, ਕਿਉਂਕਿ ਇਹ ਸਿਸਟਮ ਜਿਹੜਾ ਹੈ ਇਹ ਉਦੋਂ ਚੱਲਦਾ ਪਿਆ ਹੈ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਦਿੱਲੀ 'ਚ ਬਣਾਈ ਸੀਗੀ। ਉੱਥੇ ਜੋ ਮਰਜ਼ੀ ਗਵਰਨਰ ਲਗਾ ਦਿਓ, ਲੈਫਟੀਨੈਂਟ ਗਵਰਨਰ ਲਗਾ ਦਿਓ, ਇਹਨਾਂ ਦੀ ਲੜਾਈ ਉਹਦੇ ਨਾਲ ਨਿਸ਼ਚਿਤ ਹੈ। ਤੇ ਤੁਸੀਂ ਚੇਂਜ ਕਰ ਦਿਓ ਜਾਂ ਜੋ ਮਰਜ਼ੀ ਕਰ ਦਿਓ, ਗਵਰਨਰ ਜਿਹੜੇ ਹੁੰਦੇ ਨੇ ਨਾ ਗੌਰਵ ਜੀ, ਬਹੁਤ ਹੀ ਸੁਲਝੇ ਹੋਏ ਲੋਕ ਹੁੰਦੇ ਨੇ। ਜਿਹੜੇ ਆਪਣੇ ਬਨਵਾਰੀ ਲਾਲ ਪੁਰੋਹਿਤ ਜੀ ਨੇ, ਉਹ 3 ਸਟੇਟਸ ਦੇ ਗਵਰਨਰ ਰਹੇ ਨੇ, ਉਦੋਂ ਪਹਿਲੇ MP ਰਹੇ ਨੇ। ਹੀ ਵਾਜ਼ ਅ MP ਪ੍ਰੋਬੇਬਲੀ ਬਿਫੋਰ ਭਗਵੰਤ ਮਾਨ ਜੀ ਵਾਜ਼ ਬੋਰਨ। ਤੇ ਕੁਛ ਤੇ ਉਹਨਾਂ ਨੂੰ ਕੁਛ ਤੇ ਹੈਗਾ, ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਗੱਲ ਕਰਨੀ ਹੈ, ਕਿੱਦਾਂ ਨਹੀਂ ਕਰਨੀ ਹੈ। ਤੇ ਇਸ ਤਰੀਕੇ ਦੇ ਨਾਲ ਸਾਰਾ ਟਾਈਮ ਉਹਨਾਂ ਦੇ ਉੱਤੇ ਇਲਜ਼ਾਮ ਲਗਾਣੇ ਮੈਨੂੰ ਠੀਕ ਨਹੀਂ ਲੱਗਦੇ। ਬਾਕੀ ਜਿਹੜੀਆਂ ਗੱਲਾਂ ਨੇ, ਮੈਂ ਇਹਨਾਂ ਨੂੰ ਹੁਣ ਇਹ ਪੁੱਛ ਲਵਾਂ ਕਿ ਜਿਹੜੇ ਇਹਨਾਂ ਨੇ ਸਿੰਗਾਪੁਰ 'ਚ ਭੇਜੇ ਸੀਗੇ ਬੰਦੇ, ਟੀਚਰਸ, ਜਿਨ੍ਹਾਂ ਦੇ ਉੱਤੇ ਐਡਾ ਇਤਰਾਜ਼ ਆਇਆ ਸੀਗਾ, ਉਹ ਟੀਚਰਸ ਨੇ ਕੀ ਕਰ ਦਿੱਤਾ ਐਜੂਕੇਸ਼ਨ ਸੈਕਟਰ ਨੂੰ? ਕੁਛ ਤੇ ਸਾਨੂੰ ਦੱਸਣ। ਜਿਹੜੇ ਇਹਨਾਂ ਨੇ ਪੈਸੇ ਖਰਚੇ ਸੀਗੇ ਉਹਨਾਂ ਦਾ ਕੀ ਫਾਇਦਾ ਹੋਇਆ? ਕਿੰਨੇ ਸਕੂਲ ਸਾਡੇ ਵਧੀਆ ਹੋ ਗਏ, ਕਿੰਨੇ ਨਵੇਂ ਬਣ ਗਏ? ਉਹਨਾਂ ਟੀਚਰਸ ਨੇ ਕਿਹੜੇ ਸਿਸਟਮ ਜਿਹੜੇ ਨੇ ਉਹ ਚੇਂਜ ਕੀਤੇ ਨੇ? ਕੁਛ ਨਿਕਲਿਆ? ਦੂਸਰਾ, ਉਹਨਾਂ ਨੇ GS ਜਵੰਡਾ ਦੀ ਗੱਲ ਕੀਤੀ ਸੀਗੀ, ਇਹਨਾਂ ਨੇ ਉਹਦਾ ਜਵਾਬ ਕਿਉਂ ਨਹੀਂ ਦਿੱਤਾ ਕਿ GS ਜਵੰਡਾ ਦੇ ਉੱਤੇ ਕੇਸਿਸ ਹੈਗੇ ਨੇ। ਦੇਰ ਆਰ ਕੇਸਿਸ ਆਫ ਵਾਟ ਡੂ ਯੂ ਕਾਲ ਪ੍ਰਾਪਰਟੀ ਦੇ ਹੜੱਪਣ ਦੇ ਕੇਸਿਸ ਹੈਗੇ ਨੇ। ਉਹਨੂੰ ਇਹਨਾਂ ਨੇ ਲਗਾਤਾ ਸੀਗਾ ਮੇਰੇ ਖਿਆਲ ਇਨਫੋਟੈਕ ਦਾ ਚੇਅਰਮੈਨ, ਉਹਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ। ਫਿਰ ਤੀਸਰਾ, ਗਵਰਨਰ ਸਾਹਿਬ ਨੇ ਇੱਕ ਹਿੰਟ ਦਿੱਤਾ ਸੀਗਾ ਕਿ ਲਾਲਚੰਦ ਕਟਾਰੂ ਚੱਕ ਦੇ ਬਾਰੇ ਕੁਝ ਕਰੋ, ਉਹਦੇ ਬਾਰੇ ਇਹਨਾਂ ਨੇ ਕੀਤਾ। ਕਰਦੇ ਤੇ ਕੁਝ ਹੈ ਨਹੀਂ। ਦੇ ਇਹਨਾਂ ਨੂੰ ਗਵਰਨਰ ਦੇ ਆਫਿਸ ਦੀ ਗਰਿਮਾ ਰੱਖਣ ਦੇ ਵਾਸਤੇ ਇਹਨਾਂ ਦੀ ਪਾਲਿਸੀ 'ਚ ਹੈ ਨਹੀਂ ਕਿ ਕਿਸੇ ਦੀ ਇੱਜ਼ਤ ਕਰ ਲਓ, ਨਾ ਪ੍ਰਾਈਮ ਮਿਨਿਸਟਰ ਦੀ, ਨਾ ਕਿਸੇ ਦੂਸਰੇ ਚੀਫ ਮਿਨਿਸਟਰ ਦੀ, ਕਿਸੇ ਦੀ ਨਹੀਂ ਇੱਜ਼ਤ ਕਰਨੀ। ਜੈਮਾਨ ਜੀ, ਤੁਹਾਨੂੰ ਲੱਗਦਾ ਕਿ ਜੋ ਨੈਗੇਟਿਵਿਟੀ ਵਾਲਾ ਤੁਸੀਂ ਜ਼ਿਕਰ ਕੀਤਾ ਜਾਂ ਤਕਰਾਰ ਵਾਲਾ ਜ਼ਿਕਰ ਕਰ ਰਹੇ ਹੋ, ਉਹਦੀ ਟੋਟਲੀ ਰਿਸਪੌਂਸਿਬਿਲਿਟੀ ਤੁਹਾਨੂੰ ਲੱਗਦਾ ਗਵਰਨਮੈਂਟ ਦੀ ਹੈ, ਸਰਕਾਰ ਦੀ ਵਜ੍ਹਾ ਦੇ ਨਾਲ ਹੋ ਰਿਹਾ ਸਭ ਕੁਝ? ਬਿਲਕੁਲ ਸਰ, ਦੇਖੋ ਐਸੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਹਾਈ ਆਫਿਸ 'ਚ ਬਹਿ ਜਾਂਦੇ ਹੋ, ਮੈਂ ਵੀ ਸਾਰੀ ਜ਼ਿੰਦਗੀ ਫੌਜ 'ਚ ਕੱਢੀ ਹੈ, ਬਿਊਰੋਕਰੈਟਸ ਤੇ ਗਵਰਨਮੈਂਟ ਆਫੀਸ਼ੀਅਲਸ ਨੂੰ ਬੜੀ ਜ਼ਿਆਦਾ ਮੈਚੁਰਿਟੀ ਦਿਖਾਣੀ ਪੈਂਦੀ ਹੈ। ਉਹਨਾਂ ਨੂੰ ਸ਼ਬਦਾਵਲੀ ਆਪਣੀ ਚੰਗੀ ਰੱਖਣੀ ਕਰਦੀ ਹੈ, ਕੋਈ ਗਰਿਮਾ ਰੱਖਣੀ ਹੁੰਦੀ ਹੈ, ਤੇ ਕਿਸੇ ਚੀਜ਼ ਨੂੰ ਕਿਸ ਤਰੀਕੇ ਨਾਲ ਉਹਨੂੰ ਅੱਗੇ ਪੇਸ਼ ਕਰਨਾ ਉਹ ਜ਼ਰੂਰੀ ਹੈ। ਰੋਜ਼ ਦਿਹਾੜੀ ਇੱਕ ਟਵੀਟ ਕਰ ਦਿਓ, ਦੂਸਰੇ ਦਿਨ ਦੂਸਰਾ ਟਵੀਟ ਕਰ ਦਿਓ, ਤੇ ਸਾਰਾ ਟਾਈਮ ਇੱਥੇ ਮਤਲਬ ਨੈਗੇਟਿਵਿਟੀ ਫੈਲਾਈ ਰੱਖੋ, ਤੁਸੀਂ ਸੈਂਸੇਸ਼ਨਲਿਜ਼ਮ ਦੇ ਵਿੱਚ ਪੈ ਜਾਓ। ਇਹ ਕੋਈ ਇੱਕ ਚੀਫ ਮਿਨਿਸਟਰ ਨੂੰ ਇਹ ਸੂਟ ਕਰਦਾ? ਮੇਰੇ ਹਿਸਾਬ ਦੇ ਨਾਲ ਹੀ ਇਜ਼ ਮੇਕਿੰਗ ਫਨ ਆਫ ਦੀ ਜਿਹੜਾ ਪੰਜਾਬ ਦਾ ਸਟੇਟ ਹੈਗੀ ਹੈ ਨਾ, ਉਹ ਪੂਰੀ ਦੁਨੀਆ ਦੇ ਵਿੱਚ ਇੱਕ ਮਜ਼ਾਕ ਦਾ ਪਾਤਰ ਬਣ ਗਈ ਹੈ ਕਿ ਰੋਜ਼ ਦਿਹਾੜੀ ਅਗਰ ਕੋਈ ਕਾਮੇਡੀ ਸਰਕਸ ਦੇਖਣਾ ਤੇ ਸ਼ਾਮ ਨੂੰ ਪੰਜਾਬ ਦੇ ਵਿੱਚ ਆ ਕੇ ਦੇਖ ਲਓ। ਇਸ ਵੇਲੇ ਸਾਨੂੰ ਕੋਈ ਬੜੀ ਵੱਡੀ ਆਪਾਂ ਇੱਕ ਵਾਰੀ ਰਿਐਕਸ਼ਨ ਲੈ ਲਈਏ ਸਾਰਿਆਂ ਦਾ। ਜਿਹੜਾ ਤੁਹਾਡਾ ਪੁਆਇੰਟ ਆਇਆ, ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਐਕਟਿਵ ਪੋਲਿਟਿਕਸ ਦੇ ਤੌਰ ਦੇ ਉੱਤੇ ਉਹ ਐਕਟਿਵ ਨੇ ਇਸ ਸਮੇਂ। ਤੁਸੀਂ ਕਹਿ ਰਹੇ ਹੋ ਕਿ ਰਿਸਪੌਂਸਿਬਲ ਟੋਟਲੀ ਗਵਰਨਮੈਂਟ ਹੈ ਜਿਸ ਤਰੀਕੇ ਨਾਲ ਰਿਐਕਟ ਕਰ ਰਹੇ ਨੇ ਗਵਰਨਰ ਨੂੰ ਲੈ ਕੇ।
ਮੈਂ ਵਾਪਸ ਆਉਂਗਾ ਤੁਹਾਡੇ ਕੋਲ, ਬਹੁਤ ਸਾਰੇ ਸਵਾਲ ਹੋਣਗੇ। ਖੜਿਆਲ ਸਾਹਿਬ ਦਾ ਇੱਕ ਵਾਰ ਰੁਕ ਕਰ ਲੈਣਾ, ਕਲੇਰ ਜੀ ਦਾ ਵੀ ਰੁਕ ਕਰਾਂਗਾ। ਖੜਿਆਲ ਸਾਹਿਬ ਦੇਖੋ, ਇੱਕ ਐਲੀਗੇਸ਼ਨ ਤੁਹਾਡੇ ਵਾਲੇ ਪਾਸੇ ਵੀ ਆ ਗਿਆ ਕਿ ਤੁਸੀਂ ਜਿਵੇਂ ਕਹਿ ਰਹੇ ਹੋ ਜਾਂ ਕਾਂਗਰਸ ਬੀਜੇਪੀ ਦੇ ਨਾਲ ਰਲੀ ਹੋਈ ਹੈ, ਉਸ ਤਰੀਕੇ ਨਾਲ ਫਿਰ ਅੱਗੇ ਗਵਰਨਰ ਸਾਹਿਬ ਰਿਐਕਟ ਕਰ ਰਹੇ ਨੇ। ਜੋ ਸੀਐਮ ਸਾਹਿਬ ਦੇ ਵੱਲੋਂ ਇੱਕ ਵੀਡੀਓ ਵੀ ਟਵੀਟ ਕੀਤੀ ਗਈ ਹੈ, ਉਸ ਦੇ ਵਿੱਚ ਵੀ ਇਹ ਜ਼ਿਕਰ ਹੋ ਰਿਹਾ ਕਿ ਕਾਂਗਰਸ ਨੇ ਕਿਹਾ, ਉਸ ਤੋਂ ਬਾਅਦ ਮਾਈ ਗਵਰਨਮੈਂਟ ਤੋਂ ਸਿਰਫ ਗਵਰਨਮੈਂਟ ਦੇ ਉੱਪਰ ਆ ਗਏ। ਪਹਿਲਾਂ ਕਹਿ ਰਹੇ ਸੀ ਮੇਰੀ ਸਰਕਾਰ, ਫਿਰ ਇਕੱਲੇ ਸਰਕਾਰ ਦੇ ਉੱਪਰ ਆ ਗਏ। ਪਹਿਲਾਂ ਤਾਂ ਗੌਰਵ ਜੀ ਤੁਹਾਡੇ ਸਵਾਲ ਦਾ ਜਵਾਬ ਦਊਂਗਾ ਮੈਂ। ਆਮ ਆਦਮੀ ਪਾਰਟੀ ਦੇ ਪ੍ਰਵਕਤਾ ਪਾਸੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਕਾਂਗਰਸ ਪਾਰਟੀ ਨੇ ਸਰੈਂਡਰ ਕਰਤਾ ਭਾਰਤੀ ਜਨਤਾ ਪਾਰਟੀ ਨੂੰ। ਹੁਣ ਤੁਸੀਂ ਇਹ ਦੇਖੋ ਕਿ ਜੇ ਕਹਿ ਰਹੇ ਕਾਂਗਰਸ ਪਾਰਟੀ ਕੰਪਰੋਮਾਈਜ਼ਡ ਹੈ, ਕਾਂਗਰਸ ਪਾਰਟੀ ਨੇ ਸਰੈਂਡਰ ਕਰਤਾ ਬੀਜੇਪੀ ਨੂੰ, ਫਿਰ ਇਹੀ ਕਾਂਗਰਸ ਪਾਰਟੀ ਤੋਂ ਸਮਰਥਨ ਕਿਉਂ ਮੰਗ ਰਹੇ ਹੋ? ਉਹੀ ਲੜਾਈ ਦੇ ਵਿੱਚ ਜਿਹ ਚ ਤੁਸੀਂ ਸੈਂਟਰ ਦੇ ਖਿਲਾਫ ਲੜਨਾ ਹੈ, ਦਿੱਲੀ ਆਰਡੀਨੈਂਸ ਵਾਲੇ ਇਸ਼ੂ ਤੇ ਕਰ ਲਿਆ ਨਾ ਆਪਦੇ ਆਪ ਨੂੰ ਐਕਸਪੋਜ਼ ਗੌਰਵ ਜੀ। ਦੂਜੀ ਗੱਲ, ਹੁਣ ਮੁੱਦੇ ਜੀ ਤੁਸੀਂ ਇਹ ਦੇਖੋ, ਇਹ ਕੋਈ ਕੋਇਨਸੀਡੈਂਸ ਨਹੀਂ ਹੈ ਕਿ ਪੂਰੇ ਦੇਸ਼ ਦੇ ਵਿੱਚ ਇੰਨੇ ਸੂਬਿਆਂ ਚੋਂ ਦੋ ਸੂਬਿਆਂ ਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿੱਥੇ ਉੱਥੇ ਸਭ ਤੋਂ ਜ਼ਿਆਦਾ ਟਸਲ ਹੁੰਦੀ ਹੈ ਗਵਰਨਰ ਸਾਹਿਬ ਦੇ ਵਿੱਚ ਤੇ ਸਰਕਾਰ ਦੇ ਵਿੱਚ। ਤੇ ਉਹਦੇ ਪਿੱਛੇ ਕਾਰਨ ਗੌਰਵ ਜੀ ਕੀ ਹੈ, ਆਪਾਂ ਨੂੰ ਦੇਖਣ ਦੀ ਲੋੜ ਹੈ। ਇੱਕ ਬੜਾ ਵਧੀਆ ਪੈਟਰਨ ਤੁਹਾਨੂੰ ਦਿਖਾਈ ਦਊਗਾ। ਆਮ ਆਦਮੀ ਪਾਰਟੀ ਦਾ ਅਹੰਕਾਰ ਹੈ, ਜਿਹਦੇ ਕਰਕੇ ਇਹ ਇਸ਼ੂਜ਼ ਹੁੰਦੇ, ਟਸਲ ਹੁੰਦੀ ਹੈ। ਹੋਰ ਸੂਬਿਆਂ 'ਚ ਵੀ ਹੁੰਦੀ ਹੈ, ਪਰ ਬਹੁਤ ਥੋੜੀ ਹੁੰਦੀ ਹੈ। ਇੱਥੇ ਤਾਂ ਕੰਟੀਨਿਊਅਸਲੀ ਕੰਜੈਕਟਿਵਲੀ ਇਸ਼ੂ ਚੱਲਦਾ ਹੀ ਰਹਿੰਦਾ, ਬਰਕਰਾਰ ਰਹਿੰਦਾ ਦੋਵਾਂ ਦੇ ਵਿੱਚ। ਦੂਜਾ ਕਾਰਨ ਕੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਤਾਨਾਸ਼ਾਹ ਰਵੱਈਏ ਨਾਲ ਸਭ ਕੁਝ ਚਲਾਉਣਾ ਚਾਹੁੰਦੀ ਹੈ। ਦੇ ਡੂ ਨਾਟ ਵਾਂਟ ਟੂ ਵਰਕ ਇਨ ਟੈਂਡਮ, ਇਕੱਠੇ ਕੰਮ ਨਹੀਂ ਕਰਨਾ ਚਾਹੁੰਦੀ। ਤੀਜਾ ਕਾਰਨ ਇਹ ਹੈ ਕਿ ਇਹ ਕਨਸਟੀਟਿਊਸ਼ਨਲ ਪੋਸਟ ਦੀ ਕੋਈ ਰਿਸਪੈਕਟ ਨਹੀਂ ਕਰਦੇ, ਕੋਈ ਮਾਨ ਮਰਿਆਦਾ ਨਹੀਂ ਰੱਖਦੇ। ਹੁਣ ਚੌਥਾ ਪੁਆਇੰਟ ਕੀ ਹੈ ਗੌਰਵ ਜੀ, ਇਹ ਟਸਲ ਦੇ ਪਿੱਛੇ ਕਾਰਨ ਕੀ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਗੌਰਵ ਜੀ। ਦਿੱਲੀ ਦੀ ਟਸਲ ਦੇ ਪਿੱਛੇ ਆਮ ਆਦਮੀ ਪਾਰਟੀ ਨੂੰ ਮੇਰਾ ਸਵਾਲ ਹੈ ਕਿ ਦਿੱਲੀ ਸਰਕਾਰ ਤੇ ਗਵਰਨਰ ਸਾਹਿਬ ਦੀ ਟਸਲ ਹੈ ਕਿ ਉਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਵੀ ਗਵਰਨਰ ਸਾਹਿਬ ਨੇ ਲਿਕਰ ਪਾਲਿਸੀ ਤੇ ਸਵਾਲਾਤ ਖੜੇ ਕਰਤੇ ਸੀਗੇ ਤੇ ਉਹਦੇ ਬਾਅਦ ਤੁਹਾਡੇ ਮਿਨਿਸਟਰਾਂ ਤੇ ਕੇਸ ਹੋ ਗਿਆ ਸੀਗਾ ਤਾਂ ਤੁਸੀਂ ਟਸਲ ਬਣਾ ਲਈ। ਦੂਜਾ, ਪੰਜਾਬ ਦੇ ਵਿੱਚ ਟਸਲ ਦਾ ਇਹ ਮਸਲਾ ਤਾਂ ਨਹੀਂ, ਮਕਸਦ ਤਾਂ ਨਹੀਂ ਵੀ ਕਟਾਰੂ ਚੱਕ ਸਾਹਿਬ ਦੇ ਇਸ਼ੂ ਤੇ ਗਵਰਨਰ ਸਾਹਿਬ ਨੇ 3 ਵਾਰੀ ਖੱਤ ਲਿਖਤਾ ਤੁਹਾਨੂੰ। ਤੀਜਾ ਤੁਸੀਂ ਦੇਖੋ ਗੌਰਵ, ਹੁਣ ਦੋ ਚੀਜ਼ਾਂ ਪੁਰਾਣਾ, ਪਰ ਇਹ ਟਸਲ ਤਾਂ ਪੁਰਾਣੀ ਹੈ। ਕਟਾਰੂ ਚੱਕ ਵਾਲਾ ਜਿਹੜਾ ਕਟਾਰੂ ਚੱਕ ਸਾਹਿਬ ਦਾ ਮਾਮਲਾ ਉਹ ਨਵਾਂ, ਮੈਂ ਬਿਲਕੁਲ ਨਵਾਂ ਹੈ, ਪਰ ਉਹ ਤੋਂ ਪਹਿਲਾਂ ਵੀ ਗਵਰਨਰ ਸਾਹਿਬ ਲੋਕਾਂ ਦੇ ਸਵਾਲ ਪੁੱਛ ਰਹੇ ਸੀ ਨਾ। ਕਟਾਰੂ ਚੱਕ ਸਾਹਿਬ ਵਾਲਾ ਵੀ ਸਵਾਲ ਲੋਕਾਂ ਦਾ ਪੁੱਛਿਆ ਹੋਇਆ ਹੈ। ਗਵਰਨਰ ਸਾਹਿਬ ਤਾਂ ਸਿਰਫ ਮਾਊਥਪੀਸ ਐਜ਼ ਮਾਊਥਪੀਸ ਐਕਟ ਕਰ ਰਹੇ ਹੈ। ਉਹ ਤੋਂ ਪਹਿਲਾਂ ਟੀਚਰਸ ਨੂੰ ਕਿਉਂ ਭੇਜ ਰਹੇ ਹੋ, ਦਿੱਲੀ ਤੋਂ ਲੋਕ ਕਿਉਂ ਆ ਰਹੇ ਆ, ਬੜੇ ਸਵਾਲ ਪੁੱਛੇ ਸੀ, ਜਵਾਬ ਕੋਈ ਨਹੀਂ ਆਇਆ। ਹੁਣ ਦੂਜੀ ਗੱਲ ਕਰੋ ਜੀ, ਦਿੱਲੀ ਵਾਲਾ ਮਸਲਾ ਦੇਖੋ, ਇਹ ਪ੍ਰੋਲੋਂਗ ਕਰ ਰਹੇ, ਪੋਲਿਟਿਕਸ ਕਿਵੇਂ ਕਰ ਰਹੇ ਸਮਝਣ ਦੀ ਲੋੜ ਹੈ। ਦਿੱਲੀ ਦੇ ਵਿੱਚ ਇਹ ਕੋਰਟ ਜਾ ਸਕਦੇ ਸੀਗੇ। 2 ਆਨਰੇਬਲ ਸੁਪਰੀਮ ਕੋਰਟ ਦੀ ਕਨਸਟੀਟਿਊਸ਼ਨ ਬੈਂਚ ਦੀਆਂ ਜਜਮੈਂਟਸ ਹੈ ਤੁਹਾਡੇ ਫੇਵਰ ਚ, ਤੁਸੀਂ ਫਿਰ ਵੀ ਜੂਨ ਦੇ ਵਿੱਚ ਕੋਰਟ ਨਾ ਜਾਓ। ਇਥੋਂ ਪਤਾ ਲੱਗਦਾ ਪੋਲਿਟਿਕਸ ਕਰ ਰਹੇ ਹੋ। ਕੇਜਰੀਵਾਲ ਸਾਹਿਬ ਕਹਿੰਦੇ ਜੁਲਾਈ ਚ ਜਾਵਾਂਗੇ, ਵੇਕੇਸ਼ਨ ਬੈਂਚ ਮਹਿੰਦਾ ਹੈ। ਮੈਂ ਆਪ ਅੱਜ ਕੋਰਟ ਗਿਆ ਸੀਗਾ, ਹੋਰ ਲਾਇਰਸ ਬੜੇ ਜਾ ਰਹੇ ਹੈ, ਨਹੀਂ ਗਏ ਰਾਜਨੀਤੀ ਕਰਨ ਕਰਕੇ। ਦੂਜਾ ਕਾਰਨ, ਪੰਜਾਬ ਦੇ ਵਿੱਚ ਵਿਕਟਮ ਕਾਰਡ ਖੇਡਣਾ ਚਾਹੁੰਦੇ ਗੌਰਵ ਜੀ, ਸਿੰਪਥੀ ਬਟੋਰਨਾ ਚਾਹੁੰਦੇ ਹੈ, ਲੋਕਾਂ ਦਾ ਸਮਰਥਨ ਲੈਣਾ ਚਾਹੁੰਦੇ ਆ, 2024 ਦੀ ਤਿਆਰੀ ਕਰ ਰਹੇ ਆ। ਹੁਣ ਅੱਗੇ ਜ਼ਰੂਰੀ, ਗਵਰਨਰ ਸਾਹਿਬ ਨੂੰ 4 ਦਫਾ ਬਾਰਡਰ ਡਿਸਟ੍ਰਿਕਟ ਜਾਣਾ ਪਿਆ। ਕਿਉਂ ਜਾਣਾ ਪਿਆ? ਨਸ਼ੇ ਦਾ ਮਸਲਾ ਬਹੁਤ ਵੱਡਾ ਬਣ ਗਿਆ। ਹੁਣ ਸੀਐਮ ਸਾਹਿਬ ਇੱਕ ਬਹੁਤ ਇੰਪੋਰਟੈਂਟ ਇਸ਼ੂ ਦੇ ਵਿੱਚ ਬਿਜ਼ੀ ਸੀਗੇ। ਠਾਕਰੇ ਸਾਹਿਬ ਨੂੰ ਮਿਲਣਾ ਸੀਗਾ, ਮਮਤਾ ਜੀ ਨੂੰ ਮਿਲਣਾ ਸੀਗਾ, ਸ਼ਰਦ ਪਵਾਰ ਸਾਹਿਬ ਨੂੰ ਮਿਲਣਾ ਸੀਗਾ, ਦਿੱਲੀ ਦੀ ਲੜਾਈ ਨੂੰ ਪੰਜਾਬ ਦੀ ਲੜਾਈ ਬਣਾਉਣਾ ਸੀਗਾ, ਨਹੀਂ ਵਿਚਾਰੇ ਟਾਈਮ ਕੱਢ ਸਕੇ। ਗਵਰਨਰ ਸਾਹਿਬ ਨੂੰ 4 ਦਫਾ ਜਾਣਾ ਪੈ ਗਿਆ। ਦੂਜੀ ਚੀਜ਼ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਸੁਪਰੀਮ ਕੋਰਟ ਦੀਆਂ ਗੱਲਾਂ ਕਰਦੀ ਹੈ। ਪਹਿਲਾ ਸਵਾਲ, ਸੁਪਰੀਮ ਕੋਰਟ ਤੁਸੀਂ ਕਹਿ ਰਹੇ ਹੋ ਵੀ ਅਸੀਂ ਜਾ ਕੇ ਜਸਟਿਸ ਲਿਆ, ਇਹਨਾਂ ਨੂੰ ਪੁੱਛੋ ਪੈਸਾ ਕਿਹਨੇ ਖਰਚਿਆ ਸੁਪਰੀਮ ਕੋਰਟ ਚ ਲਾਇਰ ਇੰਗੇਜ ਕਰਨ ਲਈ ਤੇ ਕਿੰਨਾ ਪੈਸਾ ਖਰਚ ਹੋਇਆ। ਦੂਜੀ ਗੱਲ ਪੁੱਛੋ ਇਹਨਾਂ ਨੂੰ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਤੁਸੀਂ ਗਏ ਸੀ ਤਾਂ ਆਨਰੇਬਲ ਸੁਪਰੀਮ ਕੋਰਟ ਨੇ ਕੀ ਕਿਹਾ? ਸੁਪਰੀਮ ਕੋਰਟ ਕਿਹਾ ਕਿ ਤੁਸੀਂ ਡਿਊਟੀ ਬਾਉਂਡ ਹੋ, ਜੇ ਤੁਹਾਨੂੰ ਗਵਰਨਰ ਸਾਹਿਬ ਸਵਾਲ ਪੁੱਛਣਗੇ ਤਾਂ ਇਨਫੋਰਮੇਸ਼ਨ ਦੇਣੀ ਹੀ ਪੈਣੀ ਹੈ। ਠੀਕ ਹੈ ਜੀ, ਠੀਕ ਹੈ। ਖੜਾਲ ਸਾਹਿਬ ਕੰਪਲੀਟ ਕਰ ਲਓ ਤੁਸੀਂ, ਤੁਹਾਡੇ ਪੁਆਇੰਟਸ ਆ ਗਏ, ਮੈਂ ਇਹਨਾਂ ਦੇ ਉੱਪਰ ਜਵਾਬ ਲਵਾਂਗਾ। ਕੰਪਲੀਟ ਕਰਾਂ 10 ਸੈਕਿੰਡ ਹੋਰ। ਆਰਟੀਕਲ 167 ਗੌਰਵ ਜੀ ਕਹਿੰਦਾ ਕਿ ਡਿਊਟੀ ਬਾਉਂਡ ਨੇ ਇਹ, ਉਹਦੇ ਬਾਵਜੂਦ 10 ਖਤਾ ਦਾ ਜਵਾਬ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤਾ। ਦੂਜੀ ਗੱਲ ਗੌਰਵ ਜੀ ਇਹ ਹੈ ਕਿ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਬੈਂਚ ਨੇ ਕੀ ਗੱਲ ਕਹੀ, ਜੋ ਟਵੀਟ ਇਹਨਾਂ ਨੇ ਕੀਤਾ, ਜੋ ਸਟੇਟਮੈਂਟਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀਆਂ, ਆਨਰੇਬਲ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਐਕਸਟ੍ਰੀਮਲੀ ਡੈਰੋਗੇਟਰੀ ਨੇ। ਦੂਜੀ ਕੀ ਗੱਲ ਕਹੀ? ਪੇਟੈਂਟਲੀ ਅਨਕਨਸਟੀਟਿਊਸ਼ਨਲ ਨੇ। ਉਹਦੇ ਬਾਅਦ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਆ ਵੀ ਆਨਰੇਬਲ ਗਵਰਨਰ ਸਾਹਿਬ ਨੂੰ ਗਰਿਮਾ ਬਣਾ ਕੇ ਰੱਖਣੀ ਚਾਹੀਦੀ ਹੈ। ਭਗਵੰਤ ਮਾਨ ਸਾਹਿਬ ਦਾ ਬਿਆਨ ਸੁਣ ਲਓ, ਬਿਆਨ ਕੀ ਹੈ ਭਗਵੰਤ ਮਾਨ ਸਾਹਿਬ ਦਾ? ਆਈ ਕੋਟ ਹਿਮ, ਉਸਨੇ ਕਿਹਾ ਪਹਿਲਾ। ਦੂਜਾ, ਹਾਊਸ में आके
वो हाउस से आके कहता कि मैं नहीं, हिंदी बोले सीगे, हाउस में आके कहता मैं मेरी सरकार नहीं कहूंगा। हुण गौरव जी मैं पासी साहब ਨੂੰ ਪੁੱਛਦਾ है, उसने कहा हाउस में आके उसने कहा कि मैं मेरी सरकार नहीं कहूंगा। इत्थों दी साडा कल्चर है, ये रिस्पेक्ट है कॉन्स्टिट्यूशन। ठीक है, चलो मैं इस ऊपर भी जवाब लवांगा। ये बहुत चर्चा जरूर चल रही है, पासी साहब आंसर करियो, पर उस तो पहला मैं कलेट साहब ਦਾ रुख करदा। कलेट साहब ਕਹਿੰਦੇ ਨੇ ਕਿ ਤਾੜੀ ਤਾਂ ਦੋ ਹੱਥ ਦੇ ਨਾਲ ਵੱਜਦੀ ਹੈ। ਵਿਰੋਧੀ ਧਿਰਾਂ ਇਨਕਲੂਡਿੰਗ ਕਾਂਗਰਸ ਤੇ ਬੀਜੇਪੀ ਆਮ ਆਦਮੀ ਪਾਰਟੀ ਦੇ ਉੱਪਰ ਜ਼ਰੂਰ ਇਲਜ਼ਾਮ ਲਗਾ ਰਹੀ ਹੈ। ਅਕਾਲੀ ਦਲ ਇਸ ਨੂੰ ਕਿਵੇਂ ਦੇਖਦਾ? ਤੁਹਾਨੂੰ ਲੱਗਦਾ ਹੈ ਕਿ ਇੱਕ ਪਾਸੇ ਦੀ ਹੀ ਪੂਰੀ ਗਲਤੀ ਹੈ, ਜਾਂ ਦੂਜੇ ਪਾਸੇ ਦੀ ਵੀ ਅਕਾਲੀ ਦਲ ਨੂੰ ਲੱਗਦਾ ਕਿ ਰਾਜਪਾਲ ਸਾਹਿਬ ਦੇ ਵੱਲੋਂ ਜਿਸ ਤਰੀਕੇ ਨਾਲ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦੇ ਉੱਪਰ ਵੀ ਕੁਐਸਚਨ ਮਾਰਕ ਹੈ? ਗੌਰਵ ਜੀ ਦੇਖੋ, ਮੈਂ ਬੜਾ ਸਪਸ਼ਟ ਤੌਰ ਤੇ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਇਹ ਸਵਾਲ ਪੁੱਛਦਾ ਕਿ ਆਮ ਆਦਮੀ ਪਾਰਟੀ ਇਸ ਤਰੀਕੇ ਦੇ ਨਾਲ ਕਿਉਂ ਬਿਹੇਵ ਕਰਦੀ ਹੈ ਜਿੱਦਾਂ ਪੰਜਾਬ ਡਿਸਕਵਰੀ ਇਹਨਾਂ ਨੇ ਕੀਤਾ। ਇਸ ਤੋਂ ਪਹਿਲਾਂ ਤਾਂ ਪੰਜਾਬ ਹੈ ਨਹੀਂ ਸੀ, ਇਹ ਨਵਾਂ ਟਾਪੂ ਹੈ ਜਿਹੜਾ ਆਮ ਆਦਮੀ ਪਾਰਟੀ ਨੇ ਲੱਭਿਆ। ਉਰੇ ਸਰਕਾਰਾਂ ਪਹਿਲਾਂ ਵੀ ਰਹੀਆਂ ਨੇ, ਔਰ ਮੈਂ ਯਾਦ ਕਰਾ ਦਿਆਂ, ਦਰਸ਼ਕ ਜਾਣਦੇ ਨੇ, ਮੈਮਰੀ ਰਿਫਰੈਸ਼ ਕਰ ਦਈਏ, ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਦੀ ਧੱਕੇਸ਼ਾਹੀ ਦੇ ਖਿਲਾਫ ਲੜਾਈਆਂ ਲੜੀਆਂ ਨੇ, ਔਰ ਐਸੇ ਵੀ ਮੋੜ ਆਏ ਨੇ ਇਸ ਦੇਸ਼ ਦੀ ਰਾਜਨੀਤੀ 'ਚ ਜਦੋਂ ਰਾਤੋਂ ਰਾਤ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਉਸ ਸਮੇਂ ਦੀ ਕੇਂਦਰ ਕਾਂਗਰਸ ਦੀ ਸਰਕਾਰ ਇੰਦਰਾ ਗਾਂਧੀ ਵੱਲੋਂ ਤੋੜੀਆਂ ਵੀ ਗਈਆਂ ਨੇ, ਪਰ ਕਦੇ ਰਾਜਨੀਤੀ ਦੇ ਵਿੱਚ ਐਡਾ ਮਾੜਾ ਤੇ ਗੰਦਾ ਨਿਗਾਰ ਨਹੀਂ ਸੀ ਆਇਆ ਜੋ ਅੱਜ ਆਮ ਆਦਮੀ ਪਾਰਟੀ ਜਿਸ ਤਰੀਕੇ ਦੀ ਰਾਜਨੀਤੀ ਕਰ ਰਹੀ ਹੈ। ਦੇਖੋ, ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਪੰਜਾਬ ਜਿਹਨੇ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ, ਜਿਹਨੇ ਦੇਸ਼ ਦੇ ਵਿੱਚ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਲੜਾਈ ਲੜੀ, ਅੱਜ ਉਹ ਲੜਾਈ ਕਾਹਦੀ ਲੜ ਰਿਹਾ ਹੈ? ਇੱਕ ਬਦਫੈਲੀ ਵਾਲਾ ਮੰਤਰੀ ਜਿਹਦੇ ਤੇ ਇੱਕ ਮਾਈਨਰ ਦੇ ਨਾਲ ਬਦਫੈਲੀ ਕਰਨ ਦੇ ਇਲਜ਼ਾਮ ਨੇ, ਉਹਨੂੰ ਬਚਾਉਣ ਦੇ ਲਈ ਗਵਰਨਰ ਦੇ ਨਾਲ ਲੜ ਰਹੇ। ਔਰ ਇਹ ਲੜਾਈ ਸ਼ੁਰੂ ਕਿੱਥੋਂ ਹੁੰਦੀ ਹੈ ਗਵਰਨਰ ਸਾਹਿਬ ਦੀ? ਇਹ ਦੇਖਣ ਵਾਲੀ ਗੱਲ ਹੈ। ਤੁਹਾਨੂੰ ਯਾਦ ਹੋਵੇ ਆਮ ਆਦਮੀ ਪਾਰਟੀ ਨੇ ਇੱਕ TRP ਐਕਸਰਸਾਈਜ਼ ਕੀਤੀ ਕਿ ਜੀ ਸਾਡੇ MLA ਨੂੰ ਕੋਈ ਖਰੀਦ ਰਿਹਾ। ਹੁਣ ਅਸੀਂ ਵਿਧਾਨ ਸਭਾ ਦਾ ਸੈਸ਼ਨ ਲਾਵਾਂਗੇ, ਉਹਦੇ ਚ ਦੱਸਾਂਗੇ ਸਾਡੇ MLA ਨੂੰ ਕੌਣ ਖਰੀਦ ਰਿਹਾ। ਇਹ ਪਹਿਲਾ ਉਹ ਸੈਸ਼ਨ ਸੀ ਜਿਹਦਾ ਗਵਰਨਰ ਸਾਹਿਬ ਨੇ ਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ, ਉੱਥੋਂ ਟਸਲ ਚੱਲੀ ਸੀ। ਇਹ ਮੈਂ ਅੱਜ ਸਵਾਲ ਕਰਦਾ, ਉਹਦੇ ਪ੍ਰਵਕਤਾ ਬੈਠੇ ਨੇ ਆਮ ਆਦਮੀ ਪਾਰਟੀ ਦੇ, ਇਹਨਾਂ ਨੇ ਇੱਕ DGP ਨੂੰ ਸ਼ਿਕਾਇਤ ਦਿੱਤੀ ਸੀ, ਵਿੱਤ ਮੰਤਰੀ ਆਪ ਦੇ ਕੇ ਆਏ ਸੀ ਹਰਪਾਲ ਚੀਮਾ। ਕੀ ਬਣਿਆ ਜੀ ਉਸ ਸ਼ਿਕਾਇਤ ਦਾ? ਕਿਹੜਾ ਉਹਦੇ ਚ ਕਾਰਵਾਈ ਹੋਈ? ਕਿਹਦੇ ਖਿਲਾਫ FIR ਹੋਈ? ਕੌਣ ਫੜਿਆ ਗਿਆ? ਕੌਣ ਖਰੀਦ ਰਿਹਾ ਸੀ? ਆਓ ਪਹਿਲਾਂ ਆਪਾਂ ਪੰਜਾਬੀਆਂ ਨੂੰ ਦੱਸੀਏ। ਔਰ ਦੂਸਰੀ ਜਿਹੜੀ ਗੱਲ ਕਰਦੇ, ਦੇਖੋ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਕੇਂਦਰ ਦੇ ਤੁਸੀਂ ਜਾਣਦੇ ਹੋ ਸੁਪਰੀਮ ਕੋਰਟ, ਉੱਥੇ ਜਾ ਕੇ ਤੁਸੀਂ ਪੰਜਾਬ ਸਰਕਾਰ ਦੇ ਹੱਥ ਤਾਂ ਆਪ ਵੜਾ ਕੇ ਆਏ ਹੋ। ਜਿਹੜੀ ਪਟੀਸ਼ਨ ਪੰਜਾਬ ਸਰਕਾਰ ਨੇ ਪਾਈ ਉਹਦੇ ਚ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਜਿਸ ਤਰੀਕੇ ਦੀ ਸ਼ਬਦਾਵਲੀ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਵਰਤ ਰਹੇ ਨੇ ਉਹ ਬਹੁਤ ਨਿੰਦਨੀय ਹੈ। ਇਹ ਸੁਪਰੀਮ ਕੋਰਟ ਦੀ ਟਿੱਪਣੀ ਹੈ। ਦੂਜੀ ਟਿੱਪਣੀ ਕੀ ਸੀ? ਜਿਹੜਾ 167 ਹੈ ਉਹਦੇ ਤਹਿਤ ਕਿ ਜੀ ਜੋ ਇਨਫੋਰਮੇਸ਼ਨ ਗਵਰਨਰ ਸਾਹਿਬ ਮੰਗਦੇ ਨੇ ਤੁਸੀਂ ਦੇਣ ਦੇ ਪਾਬੰਦ ਹੋ। ਹੱਥ ਤਾਂ ਤੁਸੀਂ ਆਪ ਵੜਾ ਕੇ ਆਏ ਹੋ, ਪਟੀਸ਼ਨ ਤੁਸੀਂ ਪਾਈ, ਹੁਣ ਗਵਰਨਰ ਸਾਹਿਬ ਤਾਂ ਉਸ ਪਟੀਸ਼ਨ ਦੇ ਆਰਡਰ ਦੇ ਨਾਲ ਤੁਹਾਡੀ ਬਾਹ ਮਰੋੜ ਰਹੇ ਨੇ। ਜਦਕਿ ਮੈਂ ਫੇਰ ਦੁਬਾਰਾ ਕਲੀਅਰ ਕਰ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਗਵਰਨਰ ਸਾਹਿਬ ਨੂੰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਰੂਟੀਨ ਹੈ ਉਹਦੇ ਚ ਦਖਲ ਨਹੀਂ ਦੇਣਾ ਚਾਹੀਦਾ। ਜਦੋਂ ਬਾਰਡਰ ਸਟੇਟ ਦੇ ਵਿੱਚ ਗਏ ਸੀ, ਬਾਰਡਰ ਏਰੀਆ ਦੇ ਵਿੱਚ ਗਏ ਸੀ, ਤੁਹਾਨੂੰ ਲੱਗਦਾ ਦਖਲ ਦੇ ਰਹੇ ਨੇ? ਨਹੀਂ, ਉਦੋਂ ਵੀ ਅਸੀਂ ਕਿਹਾ ਸੀ ਕਿ ਨਹੀਂ ਦੇਣਾ ਚਾਹੀਦਾ। ਹੁਣ ਵੀ ਬਾਰਡਰ ਏਰੀਆ ਚ ਘੁੰਮ ਕੇ ਆਏ ਨੇ ਜੂਨ ਦੇ ਪਹਿਲੇ ਹਫਤੇ। ਦੋ ਇਸ਼ੂਜ਼ ਬੜੇ ਇੰਪੋਰਟੈਂਟ ਹੈ ਗੌਰਵ ਜੀ। ਅਗਰ ਗਵਰਨਰ ਸਾਹਿਬ ਨੇ ਸਿੱਧੀ ਟਿੱਪਣੀ ਕਰਤੀ ਹੈ ਇੱਕ ਮੰਤਰੀ ਜਿਹਦੀ ਵੀਡੀਓ ਹੈ, ਜਿਹੜੀ ਕਿ ਵੀਡੀਓ ਤਸਦੀਕ ਹੋ ਚੁੱਕੀ ਹੈ, ਤਾਂ ਹੁਣ ਐਸਾ ਕਿਹੜਾ ਲੈਣ ਦੇਣ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਚੱਲਦਾ ਕੇਜਰੀਵਾਲ ਸਾਹਿਬ ਤੱਕ ਕਿ ਕਟਾਰੂ ਚੱਕ ਨੂੰ ਹਟਾ ਹੀ ਨਹੀਂ ਪਾ ਰਹੇ? ਦੇਖੋ ਨੈਤਿਕਤਾ ਕਿੱਥੇ ਗਈ ਤੁਹਾਡੀ? ਇੱਕ ਮੰਤਰੀ ਤੇ ਬਦਫੈਲੀ ਦੇ ਇਲਜ਼ਾਮ ਨੇ, ਵਿਕਟਮ ਮੀਡੀਆ ਦੇ ਅੱਗੇ ਆ ਗਿਆ, ਵਿਕਟਮ ਨੇ SC ਕਮਿਸ਼ਨ ਤੱਕ ਪਹੁੰਚ ਕਰਤੀ, ਪਰ ਮੁੱਖ ਮੰਤਰੀ ਉਹਨੂੰ ਹਟਾ ਨਹੀਂ ਰਹੇ। ਇਹ ਹੁਣ ਕਿਹੜਾ ਲੈਣ ਦੇਣ ਸਰਕਾਰ ਚੱਲ ਰਿਹਾ? ਨੰਬਰ 1। ਨੰਬਰ 2, ਹੁਣ ਗਵਰਨਰ ਸਾਹਿਬ ਤੁਹਾਨੂੰ ਪੁੱਛਦੇ ਨੇ ਭਾਈ ਤੁਸੀਂ ਤਾਂ ਮੈਨੂੰ ਦੇਣ ਦੇ ਇਨਫੋਰਮੇਸ਼ਨ ਦੇਣ ਦੇ ਪਾਬੰਦ ਹੋ। ਤਾਂ ਉਹ ਕਿਉਂ ਕਹਿੰਦੇ ਨੇ? ਕਿਉਂਕਿ ਸੁਪਰੀਮ ਕੋਰਟ ਨੇ ਕਹਿਤਾ। ਉਹ ਪਟੀਸ਼ਨ ਕਿਹਨੇ ਪਾਈ? ਤੁਸੀਂ। ਸੋ ਤੁਸੀਂ ਆਪ ਹੀ ਗਏ, ਤੁਸੀਂ ਆਪ ਹੀ ਪੰਜਾਬ ਦੇ ਹੱਕ ਸਰੈਂਡਰ ਕਰਕੇ ਆ ਗਏ। ਹੁਣ ਉਰੇ ਆ ਕੇ ਤੁਸੀਂ ਰੌਲਾ ਪਾ ਰਹੇ ਹੋ ਕਿ ਜੀ ਅਸੀਂ ਨਹੀਂ ਇਹ ਚੀਜ਼ ਕਰਦੇ, ਅਸੀਂ ਨਹੀਂ ਗਵਰਨਰ ਸਾਹਿਬ ਨੂੰ ਇਨਫੋਰਮੇਸ਼ਨ ਦਿੰਦੇ। ਸੋ ਜਿਹੜੇ ਹਾਲਾਤ ਇਹ ਲੋਕਾਂ ਨੇ ਪੰਜਾਬ ਤੇ ਬਣਾਤੇ ਨੇ, ਦੇਖੋ ਇਹ ਦਿੱਲੀ ਦਾ ਫੇਲ ਮਾਡਲ ਹੈ। ਉੱਥੇ ਕੇਜਰੀਵਾਲ ਸਾਹਿਬ ਕਰਦੇ ਸੀ ਕਿ ਹਮੇ ਕੰਮ ਨਹੀਂ ਕਰਨੇ ਦਿਆ ਜਾ ਰਿਹਾ ਜੀ, ਉਹੀ ਭਗਵੰਤ ਮਾਨ ਸਾਹਿਬ ਨੇ ਫੜ ਲਿਆ। ਮੇਰਾ ਕਹਿਣ ਦਾ ਸਿੱਧਾ ਇੱਕੋ ਮਕਸਦ ਹੈ ਕਿ ਉਰੇ ਅੱਗੇ ਅਕਾਲੀ ਦਲ ਦੀ ਸਰਕਾਰ ਰਹੀ, ਕੇਂਦਰ 'ਚ ਕਾਂਗਰਸ ਰਹੀ, ਸਰਕਾਰਾਂ ਟੁੱਟੀਆਂ, ਪਰ ਕਦੇ ਅਕਾਲੀ ਦਲ ਨੇ ਇਹ ਨਹੀਂ ਕਿਹਾ ਕਿ ਕੰਮ ਨਹੀਂ ਕਰਨੇ ਦਿਆ ਜਾ ਰਿਹਾ ਜੀ। ਸੋ ਇਹ ਪੰਜਾਬ ਦੇ ਵਿੱਚ ਹਮੇਸ਼ਾ ਹੁੰਦਾ ਆਇਆ ਹੈ
ਕਿੱਥੇ ਗਈ ਪੰਜਾਬ ਦੀ ਡਿਵੈਲਪਮੈਂਟ, ਕਿੱਥੇ ਗਿਆ ਲਾਅ ਐਂਡ ਆਰਡਰ? ਅਲੱਗ-ਅਲੱਗ ਮੁੱਦਿਆਂ ਤੇ ਤਕਰਾਰ ਤਾਂ ਪਹਿਲਾਂ ਵੀ ਹੁੰਦੀ ਰਹੀ ਹੈ। ਨਹੀਂ, ਮੈਂ ਤਕਰਾਰ ਤਾਂ ਹੁੰਦੀ ਰਹੀ ਹੈ ਕਿ ਕਦੇ ਕੋਈ ਵਿਧਾਨ ਸਭਾ 'ਚ ਬਿੱਲ ਪਾਸ ਹੋ ਗਿਆ, ਰਾਜਪਾਲ ਸਾਹਿਬ ਨੇ ਉਹਦੇ ਉੱਪਰ ਸਾਈਨ ਨਹੀਂ ਕੀਤੇ, ਅੱਗੇ ਨਹੀਂ ਭੇਜਿਆ, ਇਹ ਸਾਰੀਆਂ ਚੀਜ਼ਾਂ ਚੱਲਦੀਆਂ ਤਕਰਾਰ ਹੁੰਦੀ ਸੀ ਮੁੱਦਿਆਂ ਦੀ, ਜੀ। ਤਕਰਾਰ ਹੁੰਦੀ ਸੀ ਸੂਬੇ ਦੇ ਅਧਿਕਾਰਾਂ ਦੀ। ਅੱਜ ਕਿਹੜੇ ਮੁੱਦੇ ਦੀ ਤੁਹਾਨੂੰ ਲੱਗ ਰਿਹਾ? ਅੱਜ ਤਕਰਾਰ ਕਾਦੀ ਹੋ ਰਹੀ ਹੈ ਕਿ ਜੀ ਸਾਡੇ ਐਮਐਲਏ ਨੂੰ ਕੋਈ ਖਰੀਦ ਰਿਹਾ, ਅਸੀਂ ਸੈਸ਼ਨ ਲਾਉਣਾ ਹੈ। ਮੈਂ ਪਹਿਲਾਂ ਕਹਿਣਾ ਕਿ ਅੱਜ ਪੰਜਾਬ ਸਰਕਾਰ ਨੇ ਆਪਣੇ ਡੀਜੀਪੀ ਦੀ ਕਾਰਗੁਜ਼ਾਰੀ ਤੇ ਆਪ ਸਵਾਲ ਚੱਕਿਆ ਕਿ ਅੱਜ 1 ਸਾਲ ਦੇ ਕਰੀਬ ਹੋ ਚੱਲਿਆ ਉਹ ਸ਼ਿਕਾਇਤ ਦਿੱਤੀ ਨੂੰ, ਦੱਸੋ ਜੀ ਕਿਹੜਾ ਮੁਲਜ਼ਮ ਫੜਿਆ? ਇਹਦਾ ਮਤਲਬ ਪੰਜਾਬ ਪੁਲਿਸ ਦੀ ਕੰਪੀਟੈਂਸ ਮਿੱਟੀ। ਤੁਸੀਂ ਵਿੱਤ ਮੰਤਰੀ ਜਾ ਕੇ ਡੀਜੀਪੀ ਨੂੰ ਸ਼ਿਕਾਇਤ ਦੇਣ ਤੇ ਕੋਈ ਕਾਰਵਾਈ ਨਾ ਹੋਵੇ।